ਦੋ ਬਿਮਾਰੀਆਂ ਤਾਂ ਹੀ ਨਾਲੇ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਪਹਿਲੋਂ ਹੀ ਸੀਗੀ, ਅਕਾਲੀ ਕਾਂਗਰਸੀ। ਤੀਜੀ ਬਿਮਾਰੀ ਇੱਕ ਹੋਰ ਆ ਗਈ ਜੀ, ਝਾੜੂ ਆ ਗਿਆ। ਜਦੋਂ ਸਾਡੇ ਕੋਲ ਸਰਕਾਰ ਵੀ ਆਪਣੀ ਹੋਈ, ਡਾਂਗ ਵੀ ਆਪਣੀ ਹੋਈ, ਫਿਰ ਅਸੀਂ ਇਹ ਬਜਰ ਕ੍ਰੈਤਾ ਖਤਮ ਕਰ ਸਕਦੇ, ਨਸ਼ੇ ਖਤਮ ਕਰ ਸਕਦੇ ਹਾਂ। ਉਹਦੇ ਦੇਰ ਅਸੀਂ ਨਸ਼ੇ ਨਹੀਂ ਖਤਮ ਕਰ ਸਕਦੇ। ਪੰਜਾਬ ਨੂੰ 3.5 ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ ਇਹਨਾਂ ਲੀਡਰਾਂ ਨੇ। ਉਹ ਇਹਨਾਂ ਦੀ ਜੈਸ਼ੀਆਂ ਦਾ ਕਰਜ਼ਾ। ਪੰਜਾਬ ਨੂੰ ਕਿਸੇ ਕੇਂਦਰ ਦੀ ਮਦਦ ਦੀ ਲੋੜ ਨਹੀਂ ਆ। ਵਿਧਾਨ ਸਭਾ ਚੋਣਾਂ ਦਾ ਅਖਾੜਾ ਭਖ ਚੁੱਕਾ ਹੈ। ਲੰਬੇ ਸੰਘਰਸ਼ ਤੋਂ ਬਾਅਦ ਚੜੂਨੀ ਗਰੁੱਪ ਵੱਲੋਂ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਗਿਆ। ਗਰੁੱਪ ਵੱਲੋਂ ਹਲਕਾ ਅਜਨਾਲਾ ਤੋਂ ਚਰਨਜੀਤ ਸਿੰਘ ਗਾਲਬ ਨੂੰ ਆਪਣਾ ਉਮੀਦਵਾਰ ਹਲਕਾ ਅਜਨਾਲੇ ਤੋਂ ਐਲਾਨਿਆ। ਸੋ ਸਾਡੇ ਨਾਲ ਚਰਨਜੀਤ ਸਿੰਘ ਜੀ ਮੌਜੂਦ ਹੈ, ਗੱਲਬਾਤ ਕਰਦੇ ਆ। ਹਾਂਜੀ ਚਰਨਜੀਤ ਸਿੰਘ ਜੀ, ਕਿਸ ਤਰ੍ਹਾਂ ਦਾ ਅਜਨਾਲਾ ਹਲਕੇ ਦੇ ਵਿੱਚੋਂ ਤੁਹਾਨੂੰ ਹੁੰਗਾਰਾ ਮਿਲ ਰਿਹਾ ਹੈ? ਅਜਨਾਲਾ ਹਲਕੇ ਦੇ ਵੋਟਰ ਸਪੋਰਟਰ ਬਹੁਤ ਵਧੀਆ ਹੁੰਗਾਰਾ ਦੇ ਰਹੇ ਜੀ, ਕਿਉਂਕਿ ਅਜਨਾਲਾ ਹਲਕਾ ਇਹਨਾਂ ਅਕਾਲੀ ਤੇ ਕਾਂਗਰਸੀਆਂ ਦੀ ਨਸ਼ੇ ਦੀ ਦੇਣ ਆ। ਹਰ ਇੱਕ ਮਾਂ ਭੈਣ ਜਾਂ ਪਿਓ ਨੂੰ ਆਪਣਾ ਪੁੱਤ ਪਿਆਰਾ, ਉਹ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਵੀ ਅਸੀਂ ਇਹਨਾਂ ਨੂੰ ਬਚਾ ਲਈਏ। ਅਤੇ ਉਹ ਬਚ ਤਾਂ ਨਹੀਂ ਸਕਦੇ ਜੇ ਕਿਸਾਨਾਂ ਦੀ ਸਰਕਾਰ ਆਵੇ। ਜੇ ਸਾਡੀ ਆਪਣੀ ਸਰਕਾਰ ਆਵੇ ਜਾਂ ਮਜ਼ਦੂਰਾਂ ਦੀ ਸਰਕਾਰ ਆਊ, ਫਿਰ ਬਚਣਾ ਕਿਸਾਨ ਮਜ਼ਦੂਰ ਦੀ। ਜੇ ਇਹਨਾਂ ਲੀਡਰਾਂ ਦੇ ਤੇ ਅਜੇ ਤੱਕ ਕਾਰੋਬਾਰ ਕੀਤੇ ਆ, ਸਰਕਾਰਾਂ ਕਾਰੋਬਾਰ ਹੀ ਕਰਦੀਆਂ ਹੀ ਆ। 4-4 ਕਰੋੜ ਲਾ ਕੇ ਇਲੈਕਸ਼ਨਾਂ ਲੜਦੇ, 40-40 ਕਰੋੜ ਮੁੜ ਕੇ ਕਮਾਉਂਦੇ ਆ। ਕਿਉਂਕਿ ਇਹਨਾਂ ਤੋਂ ਆਪਾਂ ਬਚਾਅ ਦਾ ਜਿਹੜਾ, ਜਾਂ ਆਪਣੇ ਬੱਚਿਆਂ ਨੂੰ ਬਚਾਉਣ ਦਾ, ਜਾਂ ਕੋਈ ਵੀ ਆਪਾਂ ਇਹਨਾਂ ਕੋਲ ਜੇ ਆਖੀਏ ਵੀ ਇਹਨਾਂ ਕੋਲ ਲੱਭ ਲਈਏ, ਉਹ ਨਹੀਂ ਹੈਗਾ। ਇਹ ਤਾਂ ਸਾਨੂੰ ਮਾਗਣਗੇ ਹੀ। ਇਹ ਦੋ ਬਿਮਾਰੀਆਂ ਤਾਂ ਹੀ ਨਾਲੇ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਪਹਿਲੋਂ ਹੀ ਸੀਗੀ, ਅਕਾਲੀ ਕਾਂਗਰਸੀ, ਜਿਨ੍ਹਾਂ ਨੇ ਪਹਿਲੋਂ ਜ਼ਿਆਦਾ ਗੰਦ ਪਾਇਆ ਸੀਗਾ। ਹੁਣ ਤੀਜੀ ਬਿਮਾਰੀ ਵਿੱਚ ਹੋਰ ਆ ਗਈ। ਜੇ ਦੋ ਬਿਮਾਰੀਆਂ ਤੋਂ ਛੁਟਕਾਰਾ ਨਹੀਂ ਕਰ ਸਕੇ ਪੰਜਾਬ ਦੇ ਲੋਕ, ਤੀਜੀ ਬਿਮਾਰੀ ਇੱਕ ਹੋਰ ਆ ਗਈ ਜੀ, ਝਾੜੂ ਆ ਗਿਆ। ਝਾੜੂ ਵਾਲੀ ਬਿਮਾਰੀ ਜਿਹੜੀ ਹੈ ਨਾ, ਉਹਨੇ ਇਹਦੇ ਨੂੰ ਵੀ ਜ਼ਿਆਦਾ ਖਰਾਬ ਕਰਨਾ ਜੀ। ਕਦੀ ਦਿੱਲੀ ਵਾਲੇ ਸਾਨੂੰ ਲੁੱਟਣ ਹੀ ਆਉਂਦੇ, ਕਦੀ ਦਿੱਲੀ ਤੋਂ ਆਪਾਂ ਭਲਾ ਸੋਚਿਆ ਨਹੀਂ, ਨਾ ਦਿੱਲੀ ਸਾਡਾ ਭਲਾ ਕਰ ਸਕਦੀ ਆ। ਇਹਦੇ ਕਰਕੇ ਸਾਨੂੰ ਵੱਧ ਤੋਂ ਵੱਧ ਸੁਚੇਤ ਹੋਣਾ ਚਾਹੀਦਾ ਅਤੇ ਕਿਸਾਨਾਂ ਦਾ ਅਤੇ ਮਜ਼ਦੂਰਾਂ ਦੀ ਸਰਕਾਰ ਬਣਾ ਕੇ ਸੰਯੁਕਤ ਸੰਘਰਸ਼ ਪਾਰਟੀ ਅਤੇ ਸੰਯੁਕਤ ਸੰਘਰਸ਼ ਸਮਾਜ ਮੋਰਚੇ ਨੂੰ ਕਾਮਯਾਬ ਕਰਨਾ ਚਾਹੀਦਾ। ਜੋ ਕਿ ਜਦੋਂ ਸਾਡੇ ਕੋਲ ਸਰਕਾਰ ਵੀ ਆਪਣੀ ਹੋਈ, ਡਾਂਗ ਵੀ ਆਪਣੀ ਹੋਈ, ਫਿਰ ਅਸੀਂ ਇਹ ਬਜਰ ਕ੍ਰੈਤਾ ਖਤਮ ਕਰ ਸਕਦੇ, ਨਸ਼ੇ ਖਤਮ ਕਰ ਸਕਦੇ ਹਾਂ। ਉਹਦੇ ਦੇਰ ਅਸੀਂ ਨਸ਼ੇ ਨਹੀਂ ਖਤਮ ਕਰ ਸਕਦੇ। ਇੱਕ ਵਾਰੀ ਡਿੱਗਿਆ ਬੰਦਾ ਹੁੰਦਾ, ਜਿੱਦਾਂ ਭਾਰਤੀ ਜਨਤਾ ਪਾਰਟੀ ਵੀ ਡਿੱਗ ਚੁੱਕੀ ਆ, ਅਤੇ ਝਾੜੂ ਵਾਲਿਆਂ ਨੂੰ ਵੀ ਪਤਾ ਵੀ ਜੇ ਸੰਯੁਕਤ ਸਮਾਜ ਮੋਰਚਾ ਅੱਗੇ ਆਉਂਦਾ ਅਤੇ ਉਹਨਾਂ ਦਾ ਝਾੜੂ ਤੋਂ ਪਹਿਲੋਂ ਹੀ ਖਿਲਰਿਆ ਪਿਆ, ਫਿਰ ਜ਼ਿਆਦਾ ਖਿਲਰ ਜੂ। ਕਿਉਂਕਿ ਉਹਨਾਂ ਕੋਲ ਪਹਿਲੋਂ 20 ਸੀਟਾਂ ਸੀਗੀਆਂ ਪਿਛਲੀਆਂ ਵਿਧਾਨ ਸਭਾ, 20 'ਚ ਉਹਨਾਂ ਕੋਲ 10 ਵੀ ਨਹੀਂ ਰਹਿ ਗਈਆਂ। ਐਰਕਾਂ ਉਹ ਕੀ ਆਸ ਰੱਖਣਗੇ? ਚੁਣ ਜਾਣ 'ਤੇ ਸਾਰੀ ਇਲੈਕਸ਼ਨ ਲੜੋ ਅਤੇ ਇਹਨਾਂ ਸਾਰੀਆਂ ਰਾਸ਼ਟਰੀ ਪਾਰਟੀਆਂ ਨੂੰ ਮਾਤ ਦੇ ਸਕੀਏ ਅਤੇ ਪੰਜਾਬ ਦਾ ਭਲਾ ਹੋ ਜੇ। ਗਾਲਬ ਸਾਹਿਬ, ਜੇਕਰ ਗੱਲ ਜਿਵੇਂ ਤੁਸੀਂ ਕਿਹਾ ਕਿ ਇੱਕ ਹੀ ਚੋਣ ਨਿਸ਼ਾਨ ਦੇ ਉੱਤੇ ਪਾਰਟੀ ਲੜੀ ਜਾਵੇ, ਪਰ ਜੇਕਰ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ, ਪਰ ਉੱਪਰ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਬਾਕੀ, ਜਿਸ ਤਰ੍ਹਾਂ ਜੋਗਿੰਦਰ ਸਿੰਘ ਉਗਰਾਹਾਂ ਦੀ ਕਮੇਟੀ ਆ, ਉਹਨਾਂ ਦੀ ਜਿਹੜੀ ਹੈਗੀ ਆ ਜਥੇਬੰਦੀ, ਉਹਨਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਉਹਨਾਂ ਨੇ ਤੁਹਾਡਾ ਬਾਈਕਾਟ ਕੀਤਾ ਹੋਇਆ ਹੈ। ਮੈਂ ਤਾਂ ਜੀ ਉਹਨਾਂ ਗਾੜੀ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਜੇ ਪੰਜਾਬ ਦੀ ਜਵਾਨੀ ਬਚਾਉਣੀ ਆ, ਆਉਣ ਵਾਲੀਆਂ ਪੀੜ੍ਹੀਆਂ ਬਚਾਉਣੀਆਂ, ਤਾਂ ਤਗੜੇ ਹੋ ਕੇ ਸਾਡਾ ਸਾਥ ਦਿਓ। ਅਤੇ ਜੇ ਉਹ ਪੰਜਾਬ ਦੀ ਜਵਾਨੀ ਦੇ ਦੋਖੀ ਹੋਣਗੇ, ਫਿਰ ਉਹ ਸਾਡਾ ਸਾਥ ਨਹੀਂ ਦੇਣਗੇ। ਆਉਣ ਵਾਲੀ ਜਿਹੜੀਆਂ ਨਸ਼ੇ ਦੇ ਵਿੱਚ ਪੀੜ੍ਹੀਆਂ ਗਰਕ ਹੋ ਰਹੀਆਂ ਪੰਜਾਬ ਦੀਆਂ, ਆਉਣ ਵਾਲਾ ਭਵਿੱਖ ਖਤਮ ਹੋ ਰਿਹਾ। ਜੇ ਤਾਂ ਮੈਂ ਤਾਂ ਉਹਨਾਂ ਨੂੰ ਇਹੋ ਬੇਨਤੀ ਕਰੂੰ, ਤਗੜੇ ਹੋ ਕੇ ਸਾਥ ਦਿਓ, ਆਉਣ ਵਾਲੀਆਂ ਪੀੜ੍ਹੀਆਂ ਬਚਾ ਲਈਏ ਪੰਜਾਬ 'ਚੋਂ। ਜਿੱਦਾਂ ਕਿਸਾਨੀ ਬਚਾਈ ਆ, ਉੱਦਾਂ ਹੀ ਜਵਾਨੀ ਬਚਾ ਲਈਏ। ਜੇ ਤੋਂ ਉਹਨਾਂ ਨੂੰ ਪਰਮਾਤਮਾ ਬੁੱਧੀ ਬਖਸ਼ੇ, ਉਹ ਬੜੇ ਸੂਝਵਾਨ ਬੰਦੇ ਆ ਜੀ। ਅਸੀਂ ਉਹਨੇ ਸੂਝਵਾਨ ਨਹੀਂ ਜਿੰਨੇ ਜੋਗਿੰਦਰ ਸਿੰਘ ਉਗਰਾਹਾਂ ਸੂਝਵਾਨ ਆ, ਜਾਂ ਦੂਜੇ ਆਪਣੇ ਸਰਜੀਤ ਸਿੰਘ ਫੂਲ ਜੀ ਆ, ਜਾਂ ਭੰਦੇਰ ਸਾਹਿਬ, ਉਹ ਬੜੇ ਸੂਝਵਾਨ ਬੰਦੇ ਜੀ। ਉਹ ਚੰਗੇ ਆ, ਸਿਆਣੇ ਬੰਦੇ ਆ, ਉਹ ਸਾਰੀਆਂ ਗੱਲਾਂ ਨੂੰ ਸਮਝਦੇ ਆ। ਉਹ ਸਾਡਾ ਸਾਥ ਦੇਣਗੇ ਅਤੇ ਉਹ ਪੰਜਾਬ ਦਾ ਸਾਥ ਦੇਣਗੇ, ਪੰਜਾਬ ਦੇ ਛੋਟੇ ਬੱਚਿਆਂ ਦਾ ਸਾਥ ਦੇਣਗੇ, ਆਉਣ ਵਾਲੇ ਭਵਿੱਖ ਦਾ ਸਾਥ ਦੇਣਗੇ। ਕਿਉਂਕਿ ਬਚਾਇਆ ਜਾ ਸਕੇ। ਜੇ ਕੋਈ ਵੀ ਸਰਕਾਰ ਬਣਦੀ ਆ ਅਤੇ ਇਹਨਾਂ ਨੇ ਉਹ ਵੱਡਾ ਸੁਹਾਗਾ ਅੱਗੇ ਮਗਰ ਪਾਇਆ ਲੋਹੇ ਵਾਲਾ। ਅੱਗੇ ਤਾਂ ਛੋਟਾ ਸੀਗਾ, ਹੁਣ ਕੇਜਰੀਵਾਲ ਨੇ ਉਹਦੇ ਨੂੰ ਭਾਰਾ ਸੁਹਾਗਾ ਪਾ ਦੇਣਾ। ਇਹ ਮਤ ਸੋਚੀਏ ਵੀ ਆਪਾਂ ਸੰਘਰਸ਼ ਲੜ ਲਾਂਗੇ,
ਇਹਨਾਂ ਨੇ ਸਾਨੂੰ ਸੰਘਰਸ਼ ਲੜਨ ਜੋਗੇ ਛੱਡਣਾ ਨਹੀਂ। ਇਹਨਾਂ ਨੇ ਜਿਹੜੀਆਂ ਇੱਕ ਵਾਰੀ ਢੇਮਾਂ ਉੱਭਰੀਆਂ ਨਾ, ਬਾਂਹ 'ਚ ਢੇਮਾਂ ਉੱਭਰਦੀਆਂ, ਇੱਕ ਵਾਰੀ ਉੱਭਰੇ ਆਪਾਂ ਦਿੱਲੀ ਜਾ ਕੇ ਦਿੱਲੀ ਮੋਰਚਾ ਲਾਇਆ, ਮੋਰਚਾ ਫਤਿਹ ਕੀਤਾ, ਇਹਨਾਂ ਨੇ ਸਾਡੀਆਂ ਉਹ ਢੇਮਾਂ ਖਤਮ ਕਰ ਦੇਣੀਆਂ, ਇਹਨਾਂ ਨੇ ਸਾਡੀ ਉਹ ਹਾਲਾਤ ਕਰ ਦੇਣੇ ਆ। ਅੱਗੇ ਦੁਸ਼ਮਣ ਸੀਗੇ ਸਾਨੂੰ ਬਾਹਰੋਂ ਮਾਰਦੇ, ਬਾਹਰਲੇ ਦੁਸ਼ਮਣ ਦਾ ਖਤਰਾ ਕੋਈ ਨਹੀਂ। ਹੁਣ ਇਹਨਾਂ ਨੇ ਸਾਡੇ ਬੱਚਿਆਂ ਨੂੰ ਚਿੱਟਾ ਪਿਆ ਕੇ ਸਾਡੇ ਘਰ 'ਚ ਦੁਸ਼ਮਣ ਪੈਦਾ ਕਰ ਦਿੱਤੇ, ਸਾਡੇ ਬੱਚੇ ਮਾਂ ਪਿਓ ਦੇ ਦੁਸ਼ਮਣ ਹੋ ਗਏ। ਇਹਦੇ ਕਰਕੇ ਹੁਣ ਸਾਡੇ ਘਰ ਦੇ, ਜਦੋਂ ਘਰ ਦੇ ਵਿੱਚ ਦੁਸ਼ਮਣ ਬੱਚੇ ਬਣ ਜਾਂਦਾ, ਉਦੋਂ ਫਿਰ ਘਰਾਂ ਨਹੀਂ ਛੱਡੇ ਜਾਂਦੇ। ਬਾਕੀ ਜੋ ਗਰੀਬ ਵਰਗ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ, ਇਹ ਸਰਕਾਰਾਂ ਦੀ ਦੇਣ ਆ। ਇਹ ਸਰਕਾਰਾਂ ਦੀ ਦੇਣ ਹੋਣ ਕਰਕੇ ਜੇ ਆਪਣੇ ਸਾਡੇ ਜਿਹੜੇ ਸਾਥੀ ਆ, ਸਾਡੀਆਂ ਕਿਸਾਨ ਯੂਨੀਅਨ ਆ, ਮੈਂ ਤਾਂ ਉਹਨਾਂ ਨੂੰ ਇਹੋ ਬੇਨਤੀ ਕਰੂੰਗਾ ਵੀ ਤਗੜੇ ਹੋ ਕੇ ਯਾਰ ਪੰਜਾਬ ਨੂੰ ਬਚਾ ਲਈਏ, ਪੰਜਾਬ ਦੀ ਜਵਾਨੀ ਬਚਾ ਲਈਏ, ਆਉਣ ਵਾਲਾ ਭਵਿੱਖ ਬਚਾ ਲਈਏ। ਜੇ ਆਪਾਂ ਨਾ ਤਗੜੇ ਹੋਏ ਤਾਂ ਇਹਨਾਂ ਨੇ ਆਉਣ ਵਾਲਾ ਭਵਿੱਖ ਰੋਲ ਦੇਣਾ। ਅਸੀਂ ਜੇ ਸੋਚੀਏ ਨਾ ਵੀ ਅਸੀਂ ਧਰਨੇ ਲਾ ਕੇ ਆਹ ਕਰਾਂਗੇ ਜਾਂ ਉਹ ਕਰਾਂਗੇ, ਇਹਨਾਂ ਸਾਨੂੰ ਧਰਨੇ ਲਾਉਣ ਜੋਗਾ ਨਹੀਂ ਜੇ ਯਾਰ 5 ਸਾਲ 'ਚ ਛੱਡਣਾ। ਉਹ ਜਿਹੜਾ ਧਰਨਾ, ਜਿਹੜੀ ਐਜੀਟੇਸ਼ਨ ਅਸੀਂ ਪਾਸ ਕਰ ਚੁੱਕੇ ਹਾਂ, ਉਹ ਤਦ ਹੋ ਗਈ ਵੀ ਇਹਨਾਂ ਨੂੰ ਇਹ ਭੁੱਲ 'ਚ ਸੀਗੇ ਵੀ ਪੰਜਾਬ ਇੰਨੇ ਜੋਗਾ ਨਹੀਂ ਰਹਿ ਗਿਆ। ਜਦੋਂ ਹੁਣ ਇਹਨਾਂ ਨੂੰ ਪਤਾ ਲੱਗਾ ਵੀ ਪੰਜਾਬ ਦੇ ਵਿੱਚ ਅਜੇ ਵੀ 20-25% ਲੋਕ ਸਿਰ ਚੁੱਕਦੇ ਆ, ਇਹਦੇ ਕਰਕੇ ਇਹਨਾਂ ਨੇ ਸਾਨੂੰ ਵੱਧ ਤੋਂ ਵੱਧ ਰਗੜਨ ਦੀ ਕੋਸ਼ਿਸ਼ ਕਰਨੀ ਆ। ਬੜੀਆਂ ਪਾਲਿਸੀਆਂ ਬਣਾਉਣੀਆਂ ਜਿਨ੍ਹਾਂ ਦਾ ਰਗੜਨਾ। ਜਿਹੜੇ ਅਸੀਂ ਧਰਨਿਆਂ ਦੇ ਵਿੱਚ ਚੱਲਾਂਗੇ, ਇਹਨਾਂ ਸਾਡੇ ਘਰਾਂ 'ਚ ਲੁੱਟਾਂ ਕਰਾਉਣੀਆਂ, ਵਾਰਦਾਤਾਂ ਕਰਾਉਣੀਆਂ। ਜੇ ਬਾਜੀਏ ਤਗੜੇ ਹੋ ਕੇ ਆਪਣੀ ਸਰਕਾਰ ਬਣਾਈਏ, ਇਹਦੇ ਨਾਲ ਸਾਡੀਆਂ ਯੂਨੀਅਨਾਂ ਦੀ ਸ਼ਕਤੀ ਵੀ ਵਧੂਗੀ ਅਤੇ ਹਿੰਦੁਸਤਾਨ ਦੀ ਸਰਕਾਰ ਜਿੱਥੇ ਵੀ ਜਾ ਕੇ ਹਿੰਦੁਸਤਾਨ 'ਚ ਖਲੋਵਾਂਗੇ ਕੰਬੂਗੀ। ਗਾਲਬ ਸਾਹਿਬ, ਪਿਛਲੇ ਦਿਨੀ ਇੱਕ ਕਿਸਾਨ ਨੇਤਾ ਦਾ ਬਿਆਨ ਆਇਆ ਸੀ ਕਿ ਜੇਕਰ ਕਿਸਾਨ ਆਗੂ ਜੋ ਇਲੈਕਸ਼ਨ ਲੜ ਰਹੇ ਨੇ, ਜੇਕਰ ਇਹ ਸਰਕਾਰ ਵੀ ਬਣਾ ਲੈਣ ਨਾ ਪੰਜਾਬ ਦੇ ਵਿੱਚ, ਤਾਂ ਕੇਂਦਰ ਦੀ ਬੇਨਮਤ ਤੋਂ ਉੱਤੇ ਸਰਕਾਰ ਨਹੀਂ ਚਲਾਈ ਜਾ ਸਕਦੀ। ਕੇਂਦਰ ਦੀ ਜਿਹੜੀ ਮਦਦ ਆ, ਕੇਂਦਰ ਨੂੰ ਮਦਦ ਤਾਂ ਅਸੀਂ ਦਿੰਦੇ, ਕੇਂਦਰ ਨੇ ਸਾਨੂੰ ਮਦਦ ਕੀ ਦੇਣੀ ਆ ਜੀ? ਠੀਕ ਆ, ਕੇਂਦਰ ਦਾ ਵਿੱਚ ਯੋਗਦਾਨ ਹੁੰਦਾ ਥੋੜ੍ਹਾ ਬਹੁਤਾ ਪੰਜਾਬ ਦੀ ਸਰਕਾਰ ਦੇ ਵਿੱਚ, ਪਰ ਜੇ ਯੋਗਦਾਨ ਉਹ ਚੰਗੀ ਤਰ੍ਹਾਂ ਦਊ। ਸਾਡੇ ਕੋਲ ਪੰਜਾਬ ਦੇ ਵਿੱਚ ਇੰਨਾ ਸਰਮਾਇਆ ਜੋ ਇਹਨਾਂ ਲੀਡਰਾਂ ਨੇ ਲੁੱਟ ਕੇ ਆਪਣੇ ਘਰ ਭਰ ਲਏ। ਪੰਜਾਬ ਨੂੰ 3.5 ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ ਇਹਨਾਂ ਲੀਡਰਾਂ ਨੇ। ਉਹ ਲੀਡਰਾਂ ਕੋਲ ਕੋਈ ਜੱਟਾਂ ਦਾ ਕਰਜ਼ਾ ਨਹੀਂਗਾ, ਨਾ ਕੋਈ ਮਜ਼ਦੂਰਾਂ ਦਾ ਕਰਜ਼ਾ, ਉਹ ਇਹਨਾਂ ਦੀ ਜੈਸ਼ੀਆਂ ਦਾ ਕਰਜ਼ਾ, ਜਿਹਦੇ ਦੇ ਸਿਰ 'ਤੇ ਪੰਜਾਬ ਕਰਜ਼ਾਈ ਹੋ ਗਿਆ। ਜੰਮਦਾ ਬੱਚਾ ਵੀ 1.5 ਲੱਖ ਦਾ ਕਰਜ਼ਾਈ, ਜਿਹੜੇ ਬੱਚੇ ਨੇ ਕੱਲ੍ਹ ਨੂੰ ਪੈਦਾ ਹੋਣਾ ਨਾ, ਸਵੇਰੇ ਇਸ ਦੁਨੀਆ ਦੇ ਵਿੱਚ ਆਉਣਾ, ਉਹਦੇ ਸਿਰ 'ਤੇ ਵੀ 1.5 ਲੱਖ ਰੁਪਏ ਦਾ ਕਰਜ਼ਾ। ਅਤੇ ਇਹਨਾਂ ਲੀਡਰਾਂ ਤੋਂ ਬਚਾਉਣ ਵਾਸਤੇ, ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਨੂੰ ਤਗੜੇ ਹੋਣਾ ਪੈਣਾ, ਤਗੜੇ ਹੋ ਕੇ ਹੱਲਾ ਮਾਰਨਾ ਪੈਣਾ। ਪੰਜਾਬ ਨੂੰ ਕਿਸੇ ਕੇਂਦਰ ਦੀ ਮਦਦ ਦੀ ਲੋੜ ਨਹੀਂ ਆ। ਪੰਜਾਬ 'ਚ ਇੰਨਾ ਸਰਮਾਇਆ, ਇੰਨਾ ਕਰਪਸ਼ਨ, ਜੇ ਅਸੀਂ ਸਾਰੀ ਕਰਪਸ਼ਨ ਹੀ ਖਤਮ ਕਰ ਲਈਏ ਨਾ, ਤਾਂ ਅਸੀਂ ਕਰਪਸ਼ਨ ਖਤਮ ਕਰਕੇ ਪੰਜਾਬ ਨੂੰ ਚਲਾ ਸਕਦੇ ਹਾਂ। ਤਗੜੇ ਹੋ ਕੇ ਕੇਂਦਰ ਮਦਦ ਦਿੰਦਾ ਜਾਂ ਨਹੀਂ ਦਿੰਦਾ ਉਹ ਵੱਖਰੀ ਗੱਲ ਆ। ਕੇਂਦਰ ਸਾਡੇ ਕੋਲ ਲੈਂਦਾ ਤਾਂ ਫੇਰ ਹੀ ਦਿੰਦਾ। ਕਦੀ ਲੈਣ ਤੋਂ ਬਿਨਾਂ ਗਵਾਂਢੀ ਨੂੰ ਆਟਾ ਧਾਰਾ ਦਈਏ ਅਤੇ ਗਵਾਂਢੀ ਉਹਦੇ ਵੰਡੇ ਅਗਲੇ ਦਿਨ ਧਾਰ ਸੁਧਾਰ ਮੋੜਦਾ, ਉੱਦਾਂ ਨਹੀਂ ਕੋਈ ਵੀ ਮੋੜਦਾ ਜੀ। ਕੇਂਦਰ ਵੀ ਸਾਡੇ ਸਿਰ 'ਤੇ ਆ, ਕੇਂਦਰ ਕਾਹਦੇ ਸਿਰ 'ਤੇ ਆ? ਜੇ ਅਸੀਂ ਪੰਜਾਬ 'ਚ ਸਰਕਾਰ ਬਣਾਉਂਦੇ, ਉਹ ਦਿਨ ਦੂਰ ਨਹੀਂ। ਜਦ ਤੱਕ ਕੇਂਦਰ ਵਾਲੀ ਕੁਰਸੀ ਨੂੰ ਹੱਥ ਪਾਵਾਂਗੇ, ਕੇਂਦਰ 'ਚ ਵੀ ਸਰਕਾਰ ਬਣਾਵਾਂਗੇ ਅਤੇ ਸਾਰੇ ਹਿੰਦੁਸਤਾਨ ਦਾ ਭਲਾ ਕਰਾਂਗੇ। ਗਾਲਬ ਸਾਹਿਬ, 4 ਮਹੀਨੇ ਲਈ ਜਿਹੜਾ ਤੁਹਾਨੂੰ SKM ਨੇ ਸਸਪੈਂਡ ਕੀਤਾ ਹੋਇਆ, ਕੀ ਤੁਹਾਨੂੰ ਲੱਗਦਾ ਕਿ 4 ਮਹੀਨੇ ਬਾਅਦ ਤੁਸੀਂ ਦੁਬਾਰਾ ਜਾ ਕੇ SKM ਦਾ ਹਿੱਸਾ ਬਣ ਸਕਦੇ ਹੋ? ਅਸੀਂ ਸਰਕਾਰ ਵੀ ਬਣਾਵਾਂਗੇ, 117 ਦੀਆਂ 17 ਸੀਟਾਂ ਵੀ ਜਿੱਤਾਂਗੇ, SKM ਦੇ ਨਾਲ ਮੋਢੇ ਦਾ ਮੋਢਾ ਲਾ ਕੇ ਵੀ ਚੱਲਾਂਗੇ। ਜਦੋਂ ਸਾਡੇ ਕੋਲ ਸਰਕਾਰ ਦੀ ਪਾਵਰ ਹੋਏਗੀ, ਇੱਥੋਂ ਅਸੀਂ ਪੰਜਾਬ 'ਚੋਂ ਨਸ਼ੇ ਦਾ ਗੰਦ ਮੁਕਾਤਾ, ਸਾਡੀ ਇਹ ਪਾਵਰ ਡਬਲ ਹੋ ਜਾਣੀ ਆ। ਸਾਡੀਆਂ ਜਵਾਨੀ ਬਚ ਗਈ, ਜਿਹੜਾ ਆਉਣ ਵਾਲੇ ਭਵਿੱਖ ਦਾ ਸਾਨੂੰ ਖਤਰਾ ਨਾ ਹੋਇਆ। ਅਸੀਂ ਇਹਦੇ ਨੂੰ ਵੱਧ ਜ਼ੋਰ ਮਾਰਾਂਗੇ, ਵੱਧ ਜ਼ੋਰ ਮਾਰ ਕੇ ਤਗੜੇ ਹੋ ਕੇ ਅਸੀਂ ਕੇਂਦਰ ਨੂੰ ਜਿਹੜਾ ਵੀ ਸਾਡੇ ਨਾਲ ਬੱਜਰ ਕਰਾਇਤ ਕਰੂ, ਜਿਹੜਾ ਵੀ ਸਾਡੇ ਖਿਲਾਫ ਆਵਾਜ਼ ਉਠਾਊ, ਉਹਦੀ ਆਵਾਜ਼ ਬੰਦ ਕਰ ਦਿਆਂਗੇ। ਗਾਲਬ ਸਾਹਿਬ, ਜਦੋਂ ਵੀ ਵਿਧਾਨ ਸਭਾ ਜਾਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ, ਕਰੋੜਾਂ ਰੁਪਏ ਜਿਹੜੇ ਨੇ ਉਹ ਜਿਹੜੇ ਉਮੀਦਵਾਰ ਹੁੰਦੇ ਉਹਨਾਂ ਵੱਲੋਂ ਖਰਚ ਦਿੱਤੇ ਜਾਂਦੇ ਆ, ਤਾਂ ਤੁਸੀਂ ਕਿਸਾਨ ਹੋ, ਇਲੈਕਸ਼ਨ ਲੜਨ ਜਾ ਰਹੇ ਹੋ, ਕਿਸ ਤਰ੍ਹਾਂ ਮੁਕਾਬਲਾ ਕਰ ਪਾਓਗੇ ਏਡੇ ਵੱਡੇ ਤਨਾੜ ਲੋਕਾਂ ਦਾ? ਅਸੀਂ 1 ਸਾਲ ਪਹਿਲੋਂ ਤੋਂ ਚੱਲੇ ਜੀ। ਅਸੀਂ ਮੋਰਚੇ 'ਚੋਂ ਨਿਕਲੇ ਜੀ ਪਾਰਟੀਆਂ। ਅਸੀਂ ਨਾ ਤਾਂ ਕਰੋੜਾਂ ਰੁਪਏ ਖਰਚਣੇ ਆ ਅਤੇ ਨਾ ਹੀ ਅਸੀਂ ਸਾਦੀ ਇਲੈਕਸ਼ਨ ਲੜਨੀ ਆ, ਬਿਲਕੁਲ ਘੱਟ ਖਰਚੇ ਦੇ ਉੱਤੇ, ਕਿਉਂਕਿ ਅਸੀਂ ਲੁੱਟਣ ਦੀ ਨੀਤੀ ਨਾਲ ਇਲੈਕਸ਼ਨ ਨਹੀਂ ਲੜ ਰਹੇ। ਅਸੀਂ ਇਲੈਕਸ਼ਨ ਲੜ ਰਹੇ ਹਾਂ ਸਿਰਫ
ਲੋਕਾਂ ਦੀ ਸੇਵਾ ਭਾਵਨਾ ਦੀ ਨੀਤੀ ਨਾਲ ਕਿ ਪੰਜਾਬ ਨੂੰ ਬਚਾ ਲਈਏ, ਕਰਪਸ਼ਨ ਤੋਂ ਲੋਕਾਂ ਨੂੰ ਰਹਿਤ ਕਰ ਲਈਏ। ਭਰਾਵਾਂ ਦੇ ਫੈਸਲੇ ਪਿੰਡਾਂ 'ਚ ਹੋਣਗੇ, ਲੜਾਈਆਂ ਝਗੜਿਆਂ ਦੇ, ਕਿਉਂਕਿ ਜਿਹੜੇ ਕਰੋੜਾਂ ਲਾਉਂਦੇ ਆ ਭਰਾਵਾਂ ਦੇ ਫੈਸਲੇ ਨਹੀਂ ਪਿੰਡਾਂ 'ਚ ਹੋਣ ਦਿੰਦੇ। ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਮੈਂ ਪਰਸੋਂ ਕਿਤੇ ਬੈਠਾ ਸੀਗਾ, ਮੈਨੂੰ ਉੱਥੇ ਕੋਈ ਮਿੱਤਰ ਨੇ ਦੱਸਿਆ ਵੀ ਅਸੀਂ ਕੋਈ 17 ਕੁ ਫੈਸਲੇ ਕਰਾ ਲਏ, ਅਤੇ ਜਦੋਂ 2 ਫੈਸਲੇ ਹੋਰ ਕਰਾਉਣੇ ਸੀ ਨਾ, ਮੈਨੂੰ ਨੇਤਾ ਨੇ ਕਹਿ ਤਾ ਵੀ ਆਪਾਂ ਸਾਰੇ ਫੈਸਲੇ ਹੀ ਕਰਾ ਦੇਣੇ ਆ। ਇਸ ਕਰਕੇ ਇਹਨਾਂ ਨੇਤਾ ਦੀ ਸੋਚ ਕੋਈ ਹੋਰ ਸੀਗੀ। ਇਹ ਭਰਾਵਾਂ ਨੂੰ ਲੜਾਉਂਦੇ ਸੀਗੇ। ਥਾਣਿਆਂ 'ਚੋਂ ਕਮਾਈ, ਕਚਹਿਰੀਆਂ 'ਚੋਂ ਕਮਾਈ, ਹਰ ਦਫ਼ਤਰ 'ਚੋਂ ਇਹ ਦੋਵੇਂ ਸਰਕਾਰਾਂ ਦੇ ਲੀਡਰ ਕਮਾਈ ਕਰਦੇ। ਅਸੀਂ ਉਹ ਕਮਾਈਆਂ ਨਹੀਂ ਕਰਨੀਆਂ। ਅਸੀਂ ਤਾਂ ਭਰਾਵਾਂ ਨੂੰ ਘਰ ਵਹਾਉਣਾ, ਭਰਾਵਾਂ ਦੇ ਲੜਾਈਆਂ ਝਗੜਿਆਂ ਦੇ ਫੈਸਲੇ ਪਿੰਡਾਂ 'ਚ ਕਰਾਂਗੇ, ਬਹਿ ਕੇ ਲੋਕਾਂ ਦੀਆਂ ਮਕਾਨਾਂ ਦੀਆਂ ਨੀਹਾਂ ਦੇ ਫੈਸਲੇ ਪਿੰਡਾਂ 'ਚ ਕਰਾਂਗੇ, ਫਿਰ ਹੀ ਪੰਜਾਬ ਨੂੰ ਬਚਾ ਸਕਦੇ ਹਾਂ। ਥਾਣਿਆਂ ਤੋਂ ਲੋਕਾਂ ਨੂੰ ਬਚਾਵਾਂਗੇ, ਕਚਹਿਰੀਆਂ ਤੋਂ ਬਚਾਵਾਂਗੇ। ਜੇ ਅਸੀਂ ਵੀ ਇਹਨਾਂ ਵਰਗੇ ਹੋ ਗਏ, ਅਸੀਂ ਵੀ ਕਰੋੜਾਂ ਲਾ ਲਾਂਗੇ, ਅਤੇ ਫਿਰ ਸਾਡਾ ਵੀ ਇਹਨਾਂ ਕੋਲ ਲਾਲਚ ਵਾਲਾ ਮਨ ਬਣ ਜੂ, ਫਿਰ ਅਸੀਂ ਵੀ ਲੁੱਟਾਂਗੇ। ਫਿਰ ਸਾਡੇ ਕੋਲ ਲੋਕਾਂ ਨੇ ਕੀ ਭਲਾ ਵੇਖਣਾ। ਸਾਡੇ ਹੀ ਤਾਂ ਇਹਨਾਂ 'ਚ ਇਹੋ ਹੀ ਫਰਕ ਆ। ਅਸੀਂ ਪੈਸੇ ਲਾ ਕੇ ਇਲੈਕਸ਼ਨ ਨਹੀਂ ਲੜਨੀ, ਅਸੀਂ ਬਿਲਕੁਲ ਸਾਦੀ ਇਲੈਕਸ਼ਨ ਲੜ ਰਹੇ ਹਾਂ। ਲੋਕਾਂ ਨੂੰ ਘਰ ਜਾ ਕੇ ਸੁਨੇਹਾ ਦੇ ਰਹੇ ਵੀ ਆਉਣ ਵਾਲਾ ਭਵਿੱਖ ਦੇ ਬੱਚੇ ਬਚਾ ਲਈਏ, ਤਗੜੇ ਹੋ, ਸਾਡਾ ਸਾਥ ਦਿਓ, ਸਾਡਾ ਸਾਥ ਦਿਓਗੇ ਅਤੇ ਅਸੀਂ ਬਿਲਕੁਲ ਪੰਜਾਬ ਦੇ ਵਿੱਚ ਸਾਫ ਸੁਥਰੀ ਰਾਜਨੀਤੀ ਕਰਕੇ ਅਤੇ ਲੋਕਾਂ ਦੇ ਨਾਲ ਸਾਥ ਦਿਆਂਗੇ। ਲੋਕਾਂ ਨੂੰ ਵਧੀਆ ਜੋ ਵੀ ਸੁੱਖ ਸਹੂਲਤਾਂ ਦਵਾ ਸਕਾਂਗੇ। ਪਰ ਜੇਕਰ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਬਹੁਤ ਸੁੱਖ ਸਹੂਲਤਾਂ ਦੀ ਗੱਲ ਕਰ ਰਹੇ ਹੋ। ਉੱਧਰ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਮੈਂ ਪੰਜਾਬ ਮਾਡਲ ਇਸ ਤਰ੍ਹਾਂ ਦਾ ਦੇਵਾਂਗਾ ਕਿ ਪੰਜਾਬ ਦੇ ਹਾਲਾਤ ਬਿਲਕੁਲ ਬਦਲ ਜਾਣਗੇ। ਅੱਜ ਤੱਕ ਤਾਂ ਨਵਜੋਤ ਸਿੰਘ ਸਿੱਧੂ ਵੀ 20 ਸਾਲ ਹੋ ਗਏ ਸਰਕਾਰ ਦੇ ਵਿੱਚ ਹੀ ਆ, ਅਜੇ ਤੱਕ ਤਾਂ ਉਹਦੇ ਕੋਲ ਕੋਈ ਹਾਲਾਤ ਬਦਲੇ ਨਹੀਂ ਗਏ। ਗਾਂਹ ਉਹ ਕਿਹੜੇ ਹਾਲਾਤ ਬਦਲੂ ਜਿਹੜਾ ਹਰ ਜਨਾਨੀ, ਹਰ ਸਾਡੀ ਧੀ ਜਾਂ ਭੈਣ ਨੂੰ ਲਾਲਚ ਦਿੰਦਾ ਵੀ ਮੈਂ ਤੈਨੂੰ ਤੇਰੇ ਖਾਤੇ 'ਚ 2000 ਰੁਪਇਆ ਦਊਂ, ਮੈਂ ਤੈਨੂੰ ਸਕੂਟਰੀ ਦਊਂ। ਹੁਣ ਵੀ ਨਵਜੋਤ ਸਿੰਘ ਸਿੱਧੂ ਦੀ ਸਰਕਾਰ ਸੀ, ਉਹ ਸਰਕਾਰ 'ਚ ਇੰਨਾ ਚਿਰ ਮੰਤਰੀ ਰਿਹਾ, ਪੰਜਾਬ ਦਾ ਪ੍ਰਧਾਨ ਰਿਹਾ। ਜੇ ਕੋਈ ਦੇਣਾ ਹੀ ਐਰਕਾ ਪਹਿਲੋਂ ਡੈਮੋ ਤਾਂ ਦਿੰਦੇ, ਪਹਿਲੋਂ ਹੁਣ ਦੇ ਦਿੰਦੇ, ਮੁੜ ਕੇ ਗਾਂਹ ਦੀ ਆਸ ਉਹਨਾਂ ਕੋਲ ਕੋਈ ਰੱਖ ਲੈਂਦਾ। ਕਿਉਂ ਅਸੀਂ ਉਹ ਝੂਠ ਮਾਰ ਕੇ ਇਲੈਕਸ਼ਨ ਨਹੀਂ ਲੜਨੀ। ਅਸੀਂ ਜੋ ਪੁਰਾਣੀਆਂ ਸੁੱਖ ਸਹੂਲਤਾਂ ਸੀਗੀਆਂ ਪਿਛਲੀਆਂ ਜਦੋਂ ਪਹਿਲਾ ਟਾਈਮ ਸੀਗਾ ਨਾ, ਉਦੋਂ ਮੈਡੀਸਨ ਲੋਕਾਂ ਨੂੰ ਫ੍ਰੀ ਮਿਲਦੀ ਸੀਗੀ, ਪੜ੍ਹਾਈ ਲੋਕਾਂ ਨੂੰ ਫ੍ਰੀ ਮਿਲਦੀ। ਅਸੀਂ ਉਹ ਪੁਰਾਣੀਆਂ ਮੈਡੀਸਨ ਫ੍ਰੀ ਦਿਆਂਗੇ, ਪੜ੍ਹਾਈ ਲੋਕਾਂ ਨੂੰ, ਪੜ੍ਹਾਈ ਜਿਹੜੀ ਸਾਧ ਸੰਗਤ ਆ, ਆਪਣੇ ਬੱਚੇ ਆਉਣ ਵਾਲਾ ਭਵਿੱਖ ਆ, ਉਹਨੂੰ ਬਚਾਵਾਂਗੇ, ਪੜ੍ਹਾਈ ਫ੍ਰੀ ਦਿਆਂਗੇ। ਉਸ ਤੋਂ ਵੱਧ ਅਸੀਂ ਹੋਰ ਕੁਝ ਫ੍ਰੀ ਨਹੀਂ ਦਿਆਂਗੇ। ਜੋ ਸਰਕਾਰ ਦੇ ਮੁੱਢਲੇ ਫਰਜ਼ ਬਣਦੇ ਆ, ਜੇ ਲੋਕ ਸਾਨੂੰ ਚੁਣ ਕੇ ਵਿਧਾਨ ਸਭਾ 'ਚ ਭੇਜਦੇ ਆ, ਅਸੀਂ ਉਹਨਾਂ ਦੀਆਂ ਉਮੀਦਾਂ ਦੇ ਖਰੇ ਉਤਰਾਂਗੇ, ਉਹਨਾਂ ਨੂੰ ਉੱਜੜਨ ਤੋਂ ਬਚਾਵਾਂਗੇ, ਉਹਨਾਂ ਨੂੰ ਦਵਾਈ ਪੜ੍ਹਾਈ ਜੋ ਵੀ ਸਰਕਾਰ ਦਾ ਮੁੱਢਲਾ ਫਰਜ਼ ਆ ਉਹ ਫ੍ਰੀ ਦਿਆਂਗੇ, ਅਤੇ ਨਸ਼ੇ ਤੋਂ ਮੁਕਤ ਕਰ ਦਿਆਂਗੇ ਪੰਜਾਬ ਨੂੰ। ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਕਿੰਨੀਆਂ ਸੀਟਾਂ ਖੜ ਸਕਦੀ ਹੈ? ਮੈਂ ਤਾਂ ਕਹਿੰਦਾ ਜੀ ਅਸੀਂ 117 ਦੀਆਂ 17 ਸੀਟਾਂ ਖੜਾਂਗੇ। ਕਿੰਨੀਆਂ ਸੀਟਾਂ ਕੀ ਅਸੀਂ ਜਿੱਤਣ ਵਾਸਤੇ ਨਿਕਲੇ ਆ, ਹਾਰਨ ਵਾਸਤੇ ਨਹੀਂ ਨਿਕਲੇ। ਕਿਉਂਕਿ ਅਸੀਂ ਕਿਹੜੀ ਕੋਈ ਕਰਪਸ਼ਨ ਕੀਤੀ ਆ ਜਾਂ ਕੋਈ ਮਾੜਾ ਕੰਮ ਕੀਤਾ ਸਾਨੂੰ ਪਤਾ ਲੱਗੇ ਵੀ ਅਸੀਂ ਹਾਰਾਂਗੇ। ਅਸੀਂ ਤਾਂ ਜਿੱਤਣ ਨੂੰ ਲੈ ਕੇ ਚੱਲੇ ਹਾਂ। ਜਿੱਤ ਕੇ ਸਰਕਾਰ ਵੀ ਬਣਾਵਾਂਗੇ ਅਤੇ ਹਲਕੇ ਦਾ ਵਿਕਾਸ ਵੀ ਕਰਾਂਗੇ। ਜੋ ਬਜਟ ਕਰਾਇਤਾਂ ਇਹ ਲੀਡਰਾਂ ਨੇ ਕੀਤੀਆਂ ਉਹਨਾਂ ਨੂੰ ਖਤਮ ਕਰਾਂਗੇ। ਸੋ ਇਹ ਸਨ ਸਾਡੇ ਨਾਲ ਹਲਕਾ ਅਜਨਾਲਾ ਤੋਂ ਚੜੂਨੀ ਗਰੁੱਪ ਦੇ ਉਮੀਦਵਾਰ ਚਰਨਜੀਤ ਸਿੰਘ ਗਾਲਬ ਜੀ, ਜਿਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਲੈਕਸ਼ਨ ਲੜ ਕੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ। ਸੋ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਸੀ। ਅਜਨਾਲਾ ਤੋਂ ਪ੍ਰਦੀਪ ਅਰੋੜਾ ਦੀ ਰਿਪੋਰਟ।